ਅਮਿਤ ਬਾਣੀ ਨਹੀਂ ਹੈ। ਜਦੋਂ ਕੋਈ ਸੰਸਾਰ ਤੋਂ ਜਾਂਦਾ ਹੈ ਸਾਡਾ ਜੀ ਸਾਗ ਸੰਬੰਧੀ, ਤੇ ਆਪਾਂ ਉਦੋਂ ਫਿਰ ਸੰਸਕਾਰ ਵੇਲੇ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ। ਸੋ ਇਹ ਬਾਣੀ ਦਾ ਬੜਾ ਗਹਿਰਾ ਸੰਬੰਧ ਹੈ ਸਿੱਖ ਦੇ ਜੀਵਨ ਦੇ ਨਾਲ। ਗੁਰੂ ਸਿੱਖ ਦੇ ਜੀਵਨ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ। ਜਦੋਂ ਗੁਰੂ ਕਾ ਸਿੱਖ ਆਪਣਾ ਆਪ ਗੁਰੂ ਨੂੰ, ਮਾਲਕ ਨੂੰ ਸਮਰਪਿਤ ਕਰ ਦਿੰਦਾ ਹੈ, ਸਮਰਪਿਤ ਕਰ ਦਿੱਤਾ, ਵਾਹਿਗੁਰੂ ਤੂੰ ਕਰਤਾ ਹੈ, ਸਭ ਕੁਝ ਤੇਰਾ ਹੈ, ਤੇਰੀ ਆਰਤੀ ਸਭ ਥਾਵਾਂ ਤੇ ਵਰਤ ਰਹੀ ਹੈ, ਕਿਰਪਾ ਕਰ ਮੈਂ ਵੀ ਸਦਾ ਤੇਰੀ ਯਾਦ ਵਿੱਚ ਸ਼ਾਮਲ ਰਹਾਂ। ਤੋ ਸਾਹਿਬ ਨੇ ਅਸੀਸ ਬਖਸ਼ੀ ਹੈ, ਮਿਹਰਾਮਤ ਕੀਤੀ ਹੈ। ਇਸ ਪਾਵਨ ਬਾਣੀ ਦੇ ਆਪਾਂ ਜੋ ਪਹਿਲੇ 3 ਸ਼ਬਦ ਨੇ ਉਹ ਸਾਂਝੇ ਕੀਤੇ ਨੇ। ਚੌਥਾ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ। 5ਵਾਂ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੈ। ਆਓ ਆਪਾਂ ਰਾਗ ਗੌੜੀ ਪੂਰਬੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਵਿਚਾਰ ਨਾਲ ਜੁੜਨਾ ਕਰੀਏ, ਪਿਆਰ ਸ਼ਰਧਾ ਵੈਰਾਗ ਨਾਲ। ਸਾਰੀ ਸੰਗਤ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਪੂਰਬੀ। ਪੂਰਬੀ ਰਾਗ ਗੌੜੀ ਦੀ ਕਿਸਮ ਹੈ ਮਹਿਲਾ ਚੌਥਾ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। 30 ਰਾਗਾਂ ਦੇ ਵਿੱਚ ਬਾਣੀ ਗੁਰੂ ਰਾਮਦਾਸ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੌਜੂਦ ਹੈ। ਇਹ ਪਾਵਨ ਸ਼ਬਦ ਜੋ ਰਹਾਉ ਦਾ ਬੰਦ ਹੈ, ਜੀਵਨ ਵਿੱਚ ਬਹੁਤ ਵੱਡਾ ਪੁੰਨ ਹੈ। ਸਤਿਗੁਰ ਨੇ ਉਹਦਾ ਜ਼ਿਕਰ ਕੀਤਾ ਹੈ। ਸਾਹਿਬ ਆਖਦੇ ਨੇ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ ਰਹਾਉ। ਅੰਜੁਲੀ ਦਾ ਅਰਥ ਹੁੰਦਾ ਹੈ ਦੋਨੋਂ ਹੱਥ ਜੋੜ ਕੇ ਨਮਸਕਾਰ ਕਰਨੀ। ਬੜਾ ਵੱਡਾ ਪੁੰਨ ਹੈ। ਸਾਧੂ ਦਾ ਅਰਥ ਹੈ ਗੁਰੂ। ਸਾਧੂ ਜੋ ਪੂਰਨ ਹੈ, ਸਾਧੂ ਜਿਨ੍ਹੇ ਆਪਣੇ ਆਪ ਨੂੰ ਸਾਧਿਆ ਹੈ, ਸਾਧੂ ਜਿੱਥੇ ਸਮੱਸਿਆ ਨਹੀਂ ਕੋਈ ਰਹੀ, ਜੋ ਸਮਾਧੀ ਲੀਨ ਹੈ, ਜਿੱਥੇ ਸਮਾਧਾਨ ਹੈ, ਉਹ ਸਾਧੂ ਹੈ। ਤੋ ਮੇਰਾ ਸਾਹਿਬ ਸਤਿਗੁਰੂ ਸਾਧੂ ਰੂਪ ਅੰਦਰ ਮੁਕੰਮਲ ਸਤਿਗੁਰੂ। ਤੋ ਮੇਰੇ ਇੱਕ ਸਾਹਿਬ ਕਹਿੰਦੇ ਬੜੀ ਵੱਡੀ ਗੱਲ ਹੈ ਜੇ ਸਾਧੂ ਨੂੰ ਡੰਡੌਤ ਕੀਤੀ ਜਾਏ। ਬੜਾ ਪੁੰਨ ਹੈ ਜੇ ਸਾਧੂ ਗੁਰੂ ਨੂੰ ਨਮਸਕਾਰ ਕੀਤੀ ਜਾਏ। ਪਰ ਉਹ ਇਕੱਲੀ ਸਰੀਰਕ ਤੌਰ ਦੀ ਨਹੀਂ, ਉਹ ਸਰੀਰ ਦਾ ਝੁਕਣਾ ਤਾਂ ਸੀ, ਝੁਕਦਿਆਂ ਝੁਕਦਿਆਂ ਸਾਡਾ ਮਨ ਝੁਕ ਜਾਏ। ਸਿਜਦਾ ਕਰਦਿਆਂ ਕਰਦਿਆਂ ਅੱਜ ਮਨ ਢਹਿ ਪਏ। ਸਿਜਦਾ ਕਰਦਿਆਂ ਕਰਦਿਆਂ ਜਿਹਨੂੰ ਸਿਜਦਾ ਕੀਤਾ ਉਹਨੂੰ ਫਿਰ ਜਵਾਬ ਨਾ ਦੇਈਏ। ਜੇ ਸਿਜਦਾ ਕੀਤਾ, ਜਿਹਨੂੰ ਸਿਜਦਾ ਕੀਤਾ, ਫਿਰ ਇਹਦਾ ਅਰਥ ਹੈ ਵੀ ਮੈਂ ਉਹਦੀ ਗੱਲ ਮੰਨਣ ਵਾਸਤੇ ਪੂਰਨ ਤੌਰ 'ਤੇ ਤਿਆਰ ਹਾਂ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਬੜੀ ਵੱਡੀ ਗੱਲ ਹੈ ਮੱਥਾ ਟੇਕਣਾ, ਨਮਸਕਾਰ ਕਰਨਾ। ਇਹਦਾ ਇੱਕ ਅਰਥ ਹੁੰਦਾ ਹੈ ਬਲਿਹਾਰ ਜਾਣਾ, ਵਾਰਨੇ ਜਾਣਾ, ਕਿਸੇ ਦੀ ਵਡਿਆਈ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਉਹਦੇ 2 ਪ੍ਰਤੀਕ ਨੇ, ਮੱਥਾ ਟੇਕਣਾ ਤੇ ਪਰਿਕਰਮਾ ਕਰਨੀ। ਇਹਦੇ 2 ਪ੍ਰਤੀਕ ਹੁੰਦੇ ਨੇ। ਤੀਸਰਾ ਮੱਥਾ ਟੇਕਣ ਦਾ ਅਰਥ ਹੈ ਆਪਣੀ ਮੱਤ ਨੂੰ ਸਮਰਪਿਤ ਕਰ ਦੇਣਾ। ਮੱਥਾ ਕੀ ਹੈ? ਸਿਰ 'ਚ ਕੀ ਹੈ? ਸਾਡੀ ਮੱਤ। ਇਹਦਾ ਅਰਥ ਹੈ ਵੀ ਇਹ ਸਮਰਪਿਤ ਕਰ ਦਿੱਤੀ ਹੈ। ਹੁਣ ਠੀਕ ਹੈ, ਸਰੀਰ ਮੇਰਾ ਹੋਏਗਾ, ਮੱਤ ਗੁਰੂ ਦੀ ਹੋਏਗੀ। ਅੱਖਾਂ ਮੇਰੀਆਂ ਨੇ ਵੇਖੇਗਾ ਗੁਰੂ, ਹੱਥ ਮੇਰੇ ਨੇ ਕਰਾਂਗਾ ਗੁਰੂ ਅਨੁਸਾਰੀ, ਕੰਨ ਮੇਰੇ ਨੇ ਸੁਣੇਗਾ ਵਿੱਚੋਂ ਗੁਰੂ।
ਇਹ ਹੈ ਸਿਜਦਾ ਕਰ ਦੇਣਾ ਪੂਰਨ ਤੌਰ ਤੇ। ਨਹੀਂ ਤੇ ਸਾਹਿਬ ਨੇ ਕਿਹਾ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਗੁਰਦੇਵ ਕਹਿੰਦੇ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲਣਗੀਆਂ। ਜੇ ਸਲਾਮ ਹੈ ਫਿਰ ਜਵਾਬ ਨਾ ਹੋਏ, ਜੇ ਜਵਾਬ ਦੇਣਾ ਫਿਰ ਸਲਾਮ ਵੀ ਕਾਹਦੀ ਹੈ। ਝੁਕਣਾ ਉੱਠਣਾ ਫਿਰ ਝੁਕਣਾ, ये कैसी सलाम है नियम सजदे का, सिर झुका फिर ना उठा। एक कसरत ना होए कली शरीर की। फिर मैं बेनती करा झुकना उठना ये जिहड़ा शरीर का कला कोई व्यायाम नहीं है। ये कैसी सलाम है जिन्हों साहब जी कहते जे अंदर बदलिया नहीं है, जे अंदर शुद्ध भाव नहीं है, अपराधी दूना नीवें ज्यों हंता मिर्गा है। शीश नवाया क्या थिए जां हृदय कसुदे जाए। गुरुदेव ने भी कहा भाईओ सिजदे का की करिए। जे गल जे गुरु अनुसारी नहीं होया तो भागां वालिओ सिख का कोई भी कर्म हुंदा है उहदा अर्थ ही हुंदा है मैं अपनी मत छड्ड के गुरु की मत ले ली है। सेवा करन दा की अर्थ है? कल्ले कपड़े काले करने थोड़ा है कि लोगों को पता लग जाए अगले साल प्रधानी दियां वोटां आउणियां ने फिर मिल जाएगी मैनू पदवी। विखावा थोड़ा है कोई सेवा। सेवा की है? मैनू गुरु की मत आ जाए। संगत कातों आए हैं? गुरु की मत लैण वास्ते आए ना। गुरु द्वारा होए सोझी पाए सी। सो मसला है गुरु की मत का, मत्था टेकना मसला है। तो मैं कई बार कहा करना है फुल रखे जान लग्या चौके नहीं खड़े। आटे की बोरी पाई है टब च जान लग्या नहीं लैके गए। रमाला सह भेंट किया जान लग्या चौके नहीं खड़ते। गोलक विच पैसे पाए ने जान लग्या कढ़ के नहीं खड़ते। पर मत्था टेकन लग्या रोज़ मत रखते हैं जान लग्या फिर चौके लै जाते। फिर अपने झगड़े अपनी मत अपना हंकार। तो साहब कहते वो प्रवान है जिथे पूर्ण तौर ते समर्पण भाव होए, पूर्ण तौर ते गुरु की मत नूं कबूल लिया जाए। बड़ा वड्डा पुण्य है सिजदे का, नमस्कार करन दा। तो मेरे साहब कहन लगे ये पुण्य दे अधिकारी हो सकते हैं असीं। इस पुण्य का प्रभाव साढ़े जीवन ते बड़ा पैंदा जो साहब ने जिक्र किया है। सो कर साधु अंजलि पुण्य वड्डा है। करदे रारण सियारी करना किरिया रूप अंदर। कर डंडौत, डंडौत का अर्थ होंदा डंडे वर्गों सीधा हो जाना। डंडौत डंडा बिल्कुल सीधा। गुरु को आके गुरमुखो जीवन विच सरलता आ जानी चाहिए है। ये नहीं भी बाहरों कुछ अंदरों कुछ, मन कुछ मुख कुछ, ऐसा ना होए। धर्मी हुंदा ही वो है जिहदा मन ते मुख एक हो जाता है। मैं कहना भूमियां चोर सी भावें धर्म की कणी सी उहदे कोल। जदों गुरु नानक साहब जी ने उहदे घर जाके दरवाजा खड़काया सी ना तो कह दिता सी उन्हें। जदों साहब ने कहा सी तेरे घर रुकना है, उन्हें कह दिता सी रुक जाओ ठीक है पर याद रखो मैं चोरियां करदा हां। देखो तो किड्डा वड्डा धर्म वरत गया, गुरु शब्द की कला वरत गई उस जीवन के अंदर। मन और मुख हो ना होए। जैसा मन है वो मुख तो कह दिता जाए। जां जे बंदा मूँह तो सच्चा बनता है फिर मन चों भी सच्चा हो जाए। जे आपां मूँह तो सच्चे बने हाँ फिर गुरु कृपा करे साडा मन भी सच्चा हो जाए। ते जे गुरमुखो मन सच्चा नहीं फिर मूँह तो कह दिया करिए सतगुरु हम अवगुण भरे, एक गुण नाही अमृत छाड़, बिखै बिख खाई, माया मोह भरम पै भूले। आपां ते कहने सच्चे पातशाह बस पर्ची कटाए हुण दानी बन गए। मैं तो बड़ा ज्ञानी आया, मैं तो बड़ा दानी आया, मैं तो बड़ा वड्डा आया।
फिर नहीं गल बननी। जैसा मन है ਜਾਂ ਮੂੰਹ ਤੋਂ ਕਹਿ ਦਈਏ, ਜੋ ਮੂੰਹ ਤੋਂ ਕਹਿ ਰਹੇ ਹਾਂ ਬੜੇ ਸੱਚੇ ਹਾਂ, ਬੜੇ ਵੱਡੇ ਹਾਂ, ਫਿਰ ਵਾਕਈ ਮਨ ਕਰਕੇ ਬਣ ਵੀ ਜਾਈਏ। ਪਰ ਇਹ ਨਾ ਹੋਏ ਮਨ ਹੋਰ ਹੈ ਮੁੱਖ ਹੋਰ ਹੈ, ਐਸਾ ਨਹੀਂ ਚਾਹੀਦਾ। ਸੋ ਡੰਡੌਤ ਡੰਡੇ ਵਰਗੋਂ ਸਿੱਧਾ ਹੋ ਜਾਣਾ, ਸਰਲ ਹੋ ਜਾਣਾ। ਜਿੰਨਾ ਕੋਈ ਸਰਲ ਹੋਏਗਾ ਨਾ, ਸਾਦਾ ਹੋਏਗਾ, ਧਰਮ ਵਾਪਰਨ ਦੀ ਸੰਭਾਵਨਾ ਉਨੀ ਜ਼ਿਆਦਾ ਹੁੰਦੀ ਹੈ। ਬਿਲਕੁਲ ਉਹ ਪਿਰਥੀ ਚੰਦ ਵਰਗਾ ਕਿੰਨਾ ਚਲਾਕ ਸੱਜਣ ਹੈ, ਕਰਦਾ ਵੀ ਧਰਮ ਦੇ ਨਾਂ 'ਤੇ ਕਰਮ ਹੈ, ਪਰ ਧਰਮ ਤੋਂ ਕਿੰਨੀਆਂ ਕੋਹਾਂ ਦੂਰ ਚਲਾ ਗਿਆ, ਗੁਰੂ ਤੋਂ। ਕਿੰਨਾ ਚਲਾਕ ਸੀ, ਕਿੰਨਾ ਆਪਣੇ ਆਪ ਵਿੱਚ ਸਿਆਣਪਾਂ ਨਾਲ ਭਰਿਆ ਹੋਇਆ ਸੀ। ਤੇ ਸਾਡੀਆਂ ਸਿਆਣਪਾਂ, ਸਾਡੀਆਂ ਦਲੀਲਾਂ ਨੇ ਜੀਵਨ ਦਾ ਸਵਾਰਨਾ ਨਹੀਂ ਹੈ ਕੁਝ। ਕਈ ਵਾਰ ਦਲੀਲਾਂ ਹੀ ਰਹਿ ਜਾਂਦੀਆਂ ਨੇ, ਉਹ ਲਾਹੇਵੰਦ ਨਹੀਂ ਹੁੰਦੀਆਂ ਜੀਵਨ ਦੇ ਅੰਦਰ। ਚਤੁਰਾਈ ਨਾ ਚਤੁਰ ਭੁਜ ਪਾਈਐ, ਫਿਲੋਸਫੀਆਂ ਨਾਲ ਨਹੀਂ ਉਹਨੇ ਮਿਲਣਾ। ਕਹਿ ਲੈ ਵੀ ਜਿੰਨੀਆਂ ਫਿਲੋਸਫੀਆਂ ਪੜ੍ਹ ਲਈਆਂ ਮੈਂ, ਦਾਰਸ਼ਨਿਕ ਪੱਖ ਪੜ੍ਹ ਲਿਆ। ਮਸਲਾ ਇਹ ਨਹੀਂ ਹੈ, ਮਸਲਾ ਜੀਵਨ 'ਚ ਵਸਣ ਦਾ ਮਸਲਾ ਹੈ। ਮਸਲਾ ਗੁਰਦੇਵ ਕਹਿੰਦੇ ਬਾਹਰ ਦਾ ਨਹੀਂ ਹੈ, ਮਸਲਾ ਤੇ ਅੰਦਰ ਦਾ ਹੈ, ਭਾਵ ਦਾ ਹੈ, ਸਮਰਪਣ ਦਾ ਹੈ, ਸਿੱਖੀ ਮਸਲਾ ਮਿਟਣ ਦਾ ਹੈ। ਕਿਸੇ ਨੂੰ ਨੀਵਾਂ ਦਿਖਾਉਣ ਦਾ ਮਸਲਾ ਨਹੀਂ ਹੈ। ਠੀਕ ਹੈ, ਗੁਰੂ ਨੇ ਕਿਰਪਾ ਕੀਤੀ, ਮੈਂ ਨਿਤਨੇਮ ਦੀਆਂ ਬਾਣੀਆਂ ਕਰ ਲੈਣਾ, ਮੈਂ ਸਹਿਜ ਪਾਠ ਵੀ ਕਰ ਲੈਣਾ, ਮੈਂ ਸੇਵਾ ਵੀ ਕਰ ਲੈਣਾ। ਇਹਦਾ ਅਰਥ ਇਹ ਨਹੀਂ ਹੈ ਵੀ ਦੂਜੇ ਕੀੜੇ ਮਕੌੜੇ ਹੋ ਗਏ ਨੇ, ਮੈਂ ਵੱਡਾ ਹੋ ਗਿਆ, ਦੂਜੇ ਛੋਟੇ ਹੋ ਗਏ। ਮਸਲਾ ਇਹ ਨਹੀਂ ਹੈ। ਸਾਹਿਬ ਕਹਿੰਦੇ ਮਸਲਾ ਹੈ ਆਪਣੇ ਆਪੇ ਦਾ, ਹੋਂ ਦਾ, ਜੀਵਨ 'ਚੋਂ ਮਿਟ ਜਾਣ ਦਾ ਮਸਲਾ ਹੈ। ਤੋ ਬੜੀ ਵੱਡੀ ਦਾਤ ਹੋਏਗੀ ਜੇ ਐਸਾ ਭਾਵ ਸਾਡੇ ਜੀਵਨ 'ਚ ਬਣ ਆਏ। ਜੇ ਆਪਾਂ ਵੀ ਕਦੇ ਡੰਡੌਤ ਕਰ ਦਈਏ, ਆਪਾਂ ਵੀ ਕਦੇ ਸਮਰਪਣ ਕਰ ਦਈਏ, ਤੋ ਮੇਰੇ ਸਾਹਿਬ ਕਹਿੰਦੇ ਬੜਾ ਵੱਡਾ ਪੁੰਨ ਹੈ। ਤੋ ਪਹਿਲੇ ਬੰਦ ਵਿੱਚ ਗੁਰਦੇਵ ਆਖਦੇ ਨੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਆ ਨਗਰ ਕਿਹੜਾ ਹੈ? ਸਾਡਾ ਸਰੀਰ ਭਰਿਆ ਹੋਇਆ ਕਾਮ ਦੇ ਵਿੱਚ, ਕ੍ਰੋਧ ਦੇ ਅੰਦਰ। ਗੁਰਦੇਵ ਕਹਿੰਦੇ ਇਹਨਾਂ ਨਾਲ ਲਬਾ ਲਬ ਭਰਿਆ ਹੈ। ਕਿੰਨਾ ਪ੍ਰਭਾਵ ਹੈ ਕਾਮ ਦਾ ਮਨੁੱਖੀ ਮਾਨਵੀ ਸੋਚ ਅੰਦਰ। ਠੀਕ ਹੈ, ਵਿਸ਼ਾ ਸੀ ਤਨ ਦਾ, ਠੀਕ ਹੈ, ਕਾਮ 'ਚੋਂ ਉਤਪਤੀ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਠੀਕ ਹੈ, ਰੱਬੀ ਸਿਰਜਣਾ ਦੀ ਇੱਕ ਵਿਧੀ ਹੈ, ਜੇ ਆਪਾਂ ਵੇਖ ਲਈਏ, ਨਕਾਰਿਆ ਨਹੀਂ ਹੈ ਗੁਰਮਤਿ ਨੇ ਪੂਰਨ ਤੌਰ ਤੇ। ਹਾਂ, ਗ੍ਰਸਤੀ ਹੋ ਕੇ ਇਸ ਨੂੰ ਸੰਜਮੀ ਰੂਪ ਦੇ ਅੰਦਰ ਵਰਤ ਲੈਣਾ। ਇਹਨੂੰ ਸੰਜਮ ਦੇ ਅੰਦਰ ਗੁਰੂ ਕੇ ਪਿਆਰੇ ਵਰਤਦੇ ਨਹੀਂ। ਫਿਰ ਇਹ ਨਾ ਹੋਏ ਬੰਦੇ ਦੀ ਸੁਰਤ ਵਿੱਚ ਕਾਮ ਹੀ ਚੱਲਦਾ ਹੋਏ, ਸਾਰਾ ਚਿੰਤਨ ਹੀ ਇਸੇ ਪ੍ਰਥਾਏ ਚੱਲਦਾ ਹੋਏ। ਤੇ ਮੇਰੇ ਗੁਰਦੇਵ ਕਹਿੰਦੇ ਦੂਜਾ ਕ੍ਰੋਧ, ਤੇ ਵੈਸੇ ਪੰਜਾਂ ਦੀ ਗਿਣਤੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਵੇਖੋ ਜੇ ਆਪਾਂ ਇਹਦੇ ਵੇਨੇ ਆ ਨਾ, ਸਭ ਤੋਂ ਪਹਿਲੋਂ ਕਾਮ ਹੈ, ਛੋਟੀ ਉਮਰ ਹੈ ਕਾਮ ਦੀ। ਫਿਰ ਦੂਜੇ ਨੰਬਰ ਤੇ ਕ੍ਰੋਧ, ਕਾਮ ਤੋਂ ਵੱਡੀ ਉਮਰ ਕ੍ਰੋਧ ਹੀ ਹੁੰਦੀ ਹੈ। ਕ੍ਰੋਧ ਤੋਂ ਵੱਡੀ ਉਮਰ ਲੋਭ ਦੀ ਹੁੰਦੀ ਹੈ। ਲੋਭ ਤੋਂ ਵੱਡੀ ਉਮਰ ਮੋਹ ਦੀ ਹੁੰਦੀ ਹੈ, ਤੇ ਮੋਹ ਤੋਂ ਵਡੇਰੀ, ਸਭ ਤੋਂ ਵਡੇਰੀ ਉਮਰ ਹੁੰਦੀ ਹੈ ਹੰਕਾਰ ਦੀ। ਉਹ ਤੇ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਉਹ ਤੇ ਬਹੁਤ ਲੰਬੇਰਾ ਚੱਲਦਾ ਹੈ। ਸੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਇਹਨਾਂ ਵਿੱਚੋਂ ਸਭ ਤੋਂ ਵੱਧ ਅਸਰ ਸਾਡੇ ਸਰੀਰ ਤੇ ਜ਼ਿਆਦਾ ਹੁੰਦਾ ਹੈ ਕਾਮ ਦਾ ਤੇ ਕ੍ਰੋਧ ਦਾ। ਕਾਮ ਕ੍ਰੋਧ ਕਾਇਆ ਕੋ ਗਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਗੁਰਦੇਵ ਕਹਿੰਦੇ ਇਹ ਸਰੀਰ ਨੂੰ ਗਾਲ ਦਿੰਦੇ ਨੇ ਦੋਨੋਂ। ਕ੍ਰੋਧੀ ਬੰਦੇ ਦਾ ਬੀਪੀ ਥੋੜਾ ਠੀਕ ਰਹਿਣਾ, ਉਹਨੂੰ ਕਿੰਨੇ ਰੋਗ ਹੋਣਗੇ ਸਰੀਰ ਦੇ ਤੁਸੀਂ ਵੇਖਿਓ। ਕਾਮੀ ਬੰਦੇ ਨੂੰ ਕਿੰਨਾ ਸਰੀਰ ਦੇ ਰੋਗ ਦੁਖਾਂਤ ਸਹਾਰਨੇ ਪੈਂਦੇ ਨੇ। ਤੋ ਬੜਾ ਸਾਹਿਬ ਕਹਿੰਦੇ ਜਿਵੇਂ ਸੋਨੇ ਨੂੰ ਢਾਲਣਾ ਹੋਏ, ਸੁਹਾਗਾ ਉਹ ਕੈਮੀਕਲ ਜਿਹਦੇ ਨਾਲ ਸੋਨਾ
ਢਲ ਜਾਂਦਾ ਹੈ, ਗਲ ਜਾਂਦਾ ਛੇਤੀ। ਬਸ ਇਸੇ ਤਰ੍ਹਾਂ ਜਦੋਂ ਸੰਜਮ ਨਹੀਂ ਹੈ, ਕਾਮ ਇੱਕ ਸ਼ਕਤੀ ਹੈ, ਕ੍ਰੋਧ ਇੱਕ ਸ਼ਕਤੀ ਹੈ, ਇੱਕ ਹੁੰਦੀ ਹੈ ਸ਼ਕਤੀ, ਦੂਜੀ ਹੁੰਦੀ ਹੈ ਜੁਗਤੀ। ਕਾਰ ਇੱਕ ਸ਼ਕਤੀ ਹੈ, ਤੋ ਕਿਸੇ ਬੰਦੇ ਕੋਲ ਜੁਗਤੀ ਨਹੀਂ ਚਲਾਉਣ ਦੀ ਤੇ ਬਹਿ ਜਾਏ ਤੇ ਰੇਸ ਦੱਬੀ ਜਾਏ, ਆਪਣਾ ਵੀ ਨੁਕਸਾਨ, ਕਿਸੇ ਦੂਜੇ ਦਾ ਵੀ ਨੁਕਸਾਨ। ਕੋਈ ਹੁਣ ਸਾਡੇ ਘਰਾਂ 'ਚ ਅੱਗ ਹੈ, ਸ਼ਕਤੀ ਹੈ, ਆਪਾਂ ਜੁਗਤੀ ਨਾਲ ਵਰਤਦੇ ਹਾਂ। ਆ ਬਿਜਲੀ ਸ਼ਕਤੀ ਹੈ, ਜੁਗਤੀ ਨਾਲ ਵਰਤ ਰਹੇ ਹਾਂ। ਤੇ ਜਦੋਂ ਜੁਗਤੀ ਨਾ ਰਹੇ ਤੇ ਇਹ ਸ਼ਕਤੀ ਬੰਦੇ ਦਾ ਵੀ ਨਾਸ਼ ਕਰ ਦਿੰਦੀ ਹੈ। ਹਰੇਕ ਸ਼ਕਤੀ ਕਾਜ ਸਵਾਰਦੀ ਹੈ ਜਦੋਂ ਜੁਗਤੀ ਹੋਏ। ਤੇ ਸ਼ਕਤੀ ਦਿੱਤੀ ਹੈ ਮਾਲਕ ਨੇ, ਜੁਗਤੀ ਦਿੰਦਾ ਸਾਡਾ ਸਤਿਗੁਰੂ। ਜੀਵਨ ਦਾ ਕਾਜ ਸਵਾਰਿਆ ਗਿਆ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਅਗਿਆਨੀ ਜਿਹਦੇ ਕੋਲ ਜੁਗਤੀ ਨਹੀਂ ਹੈ ਉਹਦੇ ਵਾਸਤੇ ਵਿਕਾਰ ਬਣ ਗਏ, ਜ਼ਹਿਰ ਬਣ ਗਏ। ਤੇ ਜਿਹਦੇ ਕੋਲ ਗੁਰੂ ਦੀ ਜੁਗਤੀ ਹੈ ਕਿਸੇ ਗਿਆਨਵਾਲ ਕੋਲ, ਉਹਦੇ ਵਾਸਤੇ ਸਾਕਾਰ ਬਣ ਜਾਂਦੇ ਨੇ। ਅਗਿਆਨੀ ਵਾਸਤੇ ਵਿਕਾਰ ਨੇ, ਗਿਆਨੀ ਵਾਸਤੇ ਸਾਕਾਰ ਨੇ। ਉਹਨੇ ਵਰਤ ਲਿਆ ਜੁਗਤੀ ਨਾਲ। ਤੋ ਮੇਰੇ ਗੁਰਦੇਵ ਕਹਿੰਦੇ ਗੁਰੂ ਕੋਲੋਂ ਜੁਗਤੀ ਮਿਲਦੀ ਹੈ ਤੇ ਬੜੀਆਂ ਸ਼ਕਤੀਆਂ ਪ੍ਰਬਲ ਨੇ, ਬੜੀਆਂ ਤੇਜ ਇਹ ਜਜ਼ਬੇ ਨੇ ਸਾਡੇ ਅੰਦਰ ਜੋ ਮਾਲਕ ਨੇ ਰੱਖੇ ਨੇ, ਕੱਢੇ ਨਹੀਂ ਜਾ ਸਕਦੇ। ਕਈਆਂ ਨੇ ਕਿਹਾ ਸੀ ਜੀ ਅਸੀਂ ਵਿਆਹ ਹੀ ਨਹੀਂ ਕਰਾਉਣਾ। ਤੋ ਬਾਣੀ ਕਹਿਣ ਲੱਗੀ ਫਿਰ ਕੀ ਹੋ ਜਾਏਗਾ, ਫਿਰ ਕੀ ਹੋਏਗਾ। ਮੇਰੇ ਗੁਰਦੇਵ ਕਹਿੰਦੇ ਧੀਆਂ ਪੁੱਤ ਨਾ ਹੋਣਗੇ ਕਿ ਜ਼ਿਆਦੇ ਧਰਮੀ ਬਣ ਜਾਾਂਗੇ ਆਪਾਂ। ਬਿੰਦ ਰਾਖ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਿ ਉਹ ਬ੍ਰਹਮ ਗਿਆਨੀ ਬਣ ਜਾਣਗੇ ਫਿਰ। ਮਸਲਾ ਇਹ ਨਹੀਂ ਹੈ, ਮਸਲਾ ਤੇ ਜੁਗਤੀ ਦਾ ਹੈ। ਤੋ ਇਹ ਨਾ ਕੋਈ ਕਹੇ ਵੀ ਨਹੀਂ ਮੈਂ ਇਹਨਾਂ ਨੂੰ ਜੀਵਨ ਚੋਂ ਕੱਢ ਦੇਣਾ ਹੈ। ਗੁਰਮੁਖ ਪਿਆਰਾ ਜੋ ਮਾਲਕ ਨੇ ਜੀਵਨ 'ਚ ਪਾਇਆ ਹੈ ਉਹਨੂੰ ਵਰਤ ਲੈਂਦਾ, ਸੋਝੀ ਪ੍ਰਾਪਤ ਕਰ ਲੈਂਦਾ, ਫਿਰ ਇਹਨਾਂ ਦਾ ਬੁਰਾ ਪ੍ਰਭਾਵ ਨਹੀਂ ਜੀਵਨ 'ਚ ਪਿਆ। ਤੇ ਸਾਹਿਬ ਕਹਿੰਦੇ ਠੀਕ ਹੈ, ਕਾਮ, ਕ੍ਰੋਧ, ਨਗਰ ਬਹੁ ਭਰਿਆ। ਆ ਨਗਰ ਸਰੀਰ ਭਰਿਆ ਪਿਆ। ਬੜੀ ਛੇਤੀ ਬੰਦਾ ਘਰ ਦੇ ਜੀਆਂ ਦੇ ਗੁੱਸਾ ਕਰੀ ਜਾ ਰਿਹਾ ਹੈ। ਜੀਆਂ ਨੂੰ ਨਹੀਂ ਜਰ ਸਕਦਾ ਬੰਦਾ, ਗੁਆਂਢੀਆਂ ਦੀ ਗੱਲ ਤੇ ਦੂਰ ਹੈ, ਦੂਜਿਆਂ ਦੀ ਤੇ ਗੱਜ ਤੇ ਬੜਾ ਕਾਹਲਾ ਪੈ ਗਿਆ ਬੰਦਾ, ਜੇਰਾ ਨਹੀਂ ਰਿਹਾ, ਜਰ ਨਹੀਂ ਸਕਿਆ, ਕਿਸੇ ਦੇ ਬੋਲ ਨਹੀਂ ਜਰ ਸਕਿਆ, ਕ੍ਰੋਧ ਨਾਲ ਭਰਿਆ ਪਿਆ। ਬਾਣੀ ਨੇ ਜੁਗਤੀਆਂ ਦਿੱਤੀਆਂ ਨੇ ਸਨ। ਫਰੀਦਾ ਜੇ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ, ਆਪਨੜੈ ਘਰ ਜਾਈਐ, ਪੈਰ ਤਿਨਾਂ ਦੇ ਚੁੰਮ। ਸੋਝੀ ਰੱਖੀ, ਸੋਚੀ ਥੋੜਾ ਜਿਹਾ। ਕ੍ਰੋਧ ਆਇਆ ਵਿਚਾਰ ਕਰੀ। ਬਾਣੀ ਕਹਿੰਦੀ ਬੰਦਾ ਕੀ ਕਰਦਾ, ਧਰਮ ਵਾਸਤੇ ਦੇਰ ਕਰ ਦਿੰਦਾ। ਕੋਈ ਨਹੀਂ ਜੀ ਅਜੇ ਟਾਈਮ ਹੈ, ਅਜੇ ਜਪਜੀ ਸਾਹਿਬ ਪੜ੍ਹਾਂਗੇ, ਅਜੇ ਤੇ ਭਾਈ ਰੱਖੇ ਨੇ ਪੜ੍ਹਨ ਵਾਸਤੇ ਪੇੜ। ਬਣਿਆ ਬਣਾਇਆ ਮਿਲਦਾ ਹੈ ਨਾ ਸਾਨੂੰ, ਫਿਰ ਬੰਦਾ ਕਿੱਥੋਂ ਮਿਹਨਤ ਕਰੇ। ਰੇਡੀਮੇਡ ਕੱਪੜੇ ਆ ਗਏ, ਫਾਸਟ ਫੂਡ ਆ ਗਿਆ, ਬਣਿਆ ਬਣਾਇਆ ਧਰਮ ਆ ਗਿਆ। ਬਸ ਪੂਜੋ, ਧੂਫ ਦਿਖਾ ਲਓ, ਫੋਟੋ ਮਿਲ ਜਾਣੀ ਹੈ ਬਾਜ਼ਾਰ 'ਚ। ਗੁਰਮੁਖੋ ਇਹ ਗੁਰੂ ਮੇਰੇ ਸਾਹਿਬ ਨੇ ਕਿਹਾ ਇੱਦਾਂ ਨਹੀਂ ਪਾਰ ਜੀਵਨ ਦਾ ਪਾਰ ਉਤਾਰਾ ਹੋ ਸਕਦਾ। ਕੋਈ ਕਹੇ ਵੀ ਮੈਂ ਇਸੇ ਤਰ੍ਹਾਂ ਜੀਵਨ 'ਚੋਂ ਪਾਰ ਲੰਘ ਜਾਊਂਗਾ, ਨਹੀਂ ਭਾਈ। ਜੇ ਜੀਵਨ ਦਾ ਪਾਰ ਉਤਾਰਾ ਚਾਹੁੰਦਾ ਹੈ, ਗੁਰੂ ਕੋਲੋਂ ਜੁਗਤ ਸਿੱਖ, ਗੁਰੂ ਕੋਲੋਂ ਢੰਗ ਸਿੱਖ ਤੂੰ। ਜਿੱਥੇ ਮੇਰੇ ਸਾਹਿਬ ਸਤਿਗੁਰੂ ਇਹਨਾਂ ਰੱਬੀ ਦਾਤਾਂ ਦੇ ਵਿੱਚ ਹੀ ਸਾਨੂੰ ਮੁਕਤੀ ਦੀ ਦਾਤ, ਜੁਗਤੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ। ਨਹੀਂ ਤੇ ਗੁਰਮੁਖੋ ਜੇਰਾ ਨਹੀਂ ਰਿਹਾ ਬੰਦੇ ਕੋਲ, ਜਰਦਾ ਨਹੀਂ ਹੈ, ਭਰ ਗਿਆ ਕ੍ਰੋਧ ਨਾਲ। ਤੇ ਮੇਰੇ ਸਾਹਿਬ ਨੇ ਹਰੇਕ ਜੁਗਤੀ ਦੱਸੀ ਹੈ। ਜਦੋਂ ਬਾਣੀ ਆਪਾਂ ਇਸ ਰੂਪ 'ਚ ਪੜਾਂਗੇ ਗੁਰਮੁਖ ਪਿਆਰੇ, ਮਨ ਸਮਝਾਵਣ ਕਾਰਨੇ ਕਛੂਕ ਪੜੀਐ ਗਿਆਨ। ਆਪਣੇ ਆਪ ਨੂੰ ਸਮਝਾਉਣ ਵਾਸਤੇ ਸਿੱਖਾਂ ਨੇ ਕਿਹਾ ਸੀ ਸਤਿਗੁਰ ਕਿਵੇਂ ਕਰੀਏ। ਬਾਣੀ ਪੜ੍ਹਦੇ ਹਾਂ ਮਨ ਤੇ ਬਹੁਤ ਦੂਰ ਭੱਜ ਜਾਂਦਾ ਹੈ। ਸਾਹਿਬ ਕਹਿੰਦੇ ਸਿੱਖੋ ਇੱਕ ਕੰਮ ਕਰਿਓ,
ਸਾਹਿਬ ਜੀ ਕਹਿੰਦੇ ਜਦੋਂ ਬਾਣੀ ਪੜ੍ਹੋਗੇ, ਬਾਣੀ ਸੁਣੋਗੇ, ਇਸ ਧਿਆਨ ਰੱਖਿਓ, ਕਿਆ ਗੁਰ ਕਹਿ ਕਰੈ ਹਮ ਕਰਾਂ, ਕਹਾਂ ਸਨੈ ਸਨੈ ਮੋੜੋ ਮਨ ਮਹਾ। ਤੂੰ ਵੇਖੀ ਗੁਰੂ ਕੀ ਕਹਿ ਰਿਹਾ, ਮੈਂ ਕੀ ਕਰਦਿਆਂ। ਬਾਣੀ ਪੜ੍ਹਦੇ ਹਾਂ, ਰੱਬ ਦਾ ਧਿਆਨ ਠੀਕ ਹੈ, ਗੁਰੂ ਦਾ ਧਿਆਨ ਠੀਕ ਹੈ। ਪਹਿਲੋਂ ਸਿੱਖ ਆਪਣਾ ਧਿਆਨ ਦਾ ਧਿਆਨ ਰੱਖੇ। ਸਭ ਤੋਂ ਪਹਿਲੋਂ ਧਿਆਨ ਕਿਹੜਾ ਹੈ? ਸਾਨੂੰ ਆਪਣਾ ਧਿਆਨ ਰਹੇ, ਆਪਣੇ ਧਿਆਨ ਦਾ ਧਿਆਨ ਰਹੇ। ਮੇਰਾ ਧਿਆਨ ਕੀ ਸੋਚ ਰਿਹਾ, ਮੇਰਾ ਧਿਆਨ ਕਿੱਧਰ ਜਾ ਰਿਹਾ? ਬੜਾ ਗਹਿਰਾ ਧਿਆਨ ਹੈ ਜਿਹਨੂੰ ਆਪਣਾ ਧਿਆਨ ਕਰਨਾ ਹੈ। ਆਪਣੇ ਧਿਆਨ ਦੀ ਜੋ ਦਰਵਾਨੀ ਕਰਨ ਲੱਗ ਪਿਆ, ਪਹਿਰੇਦਾਰੀ ਕਰਨ ਲੱਗ ਪਿਆ, ਫਿਰ ਸੱਚ ਜਾਣਿਓ ਤੁਰਦਿਆਂ ਤੁਰਦਿਆਂ ਸੱਚ ਦਾ, ਉਸ ਕਰਤੇ ਦਾ ਧਿਆਨ ਜੀਵਨ 'ਚ ਜ਼ਰੂਰ ਵਰਤ ਜਾਣਾ। ਜਦੋਂ ਬਾਣੀ ਨੂੰ, ਗੁਰੂ ਉਪਦੇਸ਼ ਨੂੰ ਆਪਾਂ ਬੜੇ ਨਿੱਜ ਰੂਪ ਅੰਦਰ ਆਪਣੇ ਪੰਡਤ ਦੇ ਰੂਪ ਦੇ ਅੰਦਰ ਪੜ੍ਹਦੇ ਸੁਣਦੇ ਹਾਂ, ਗੁਰਮੁਖੋ ਮੇਰੇ ਸਾਹਿਬ ਕਹਿੰਦੇ ਸਿੱਖੋ ਜ਼ਰੂਰ ਜੀਵਨ ਸਵਾਰਿਆ ਜਾਂਦਾ। ਸੋਨਾ ਕੜਾਹੀ ਚੋਂ ਓਨਾ ਚਿਰ ਤੱਕ ਬਾਹਰ ਭੱਜਦਾ ਜਿੰਨਾ ਚਿਰ ਤੱਕ ਉਹ ਮੈਲਾ ਹੁੰਦਾ ਹੈ, ਅਸ਼ੁੱਧ ਹੁੰਦਾ ਹੈ। ਜਿਵੇਂ ਜਿਵੇਂ ਸੋਨਾ ਸ਼ੁੱਧ ਹੋ ਜਾਂਦਾ ਹੈ ਨਾ, ਉਹ ਫਿਰ ਕੜਾਹੀ ਚੋਂ ਬਾਹਰ ਨਹੀਂ ਭੱਜਦਾ। ਸ਼ੁੱਧ ਭਏ ਛੱਬ ਕੈ ਸ਼ਕਤ ਹੈ, ਫਿਰ ਉਹ ਬਿਲਕੁਲ ਨਿਢਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਸਮਝਾਉਂਦੇ ਹਾਂ, ਜੋੜਦੇ ਹਾਂ, ਗੁਰੂ ਕਿਰਪਾ ਵਰਤੇ। ਇੱਕ ਦਿਨ ਬੜੀ ਸੋਹਣੀ ਅਡੋਲਤਾ ਇਸ ਜੀਵਨ 'ਚ ਬਣ ਆਉਂਦੀ ਹੈ। ਤੂੰ ਮੇਰੇ ਸਾਹਿਬ ਕਹਿੰਦੇ ਠੀਕ ਹੈ, ਭਰਿਆ ਅੰਦਰ ਕਾਮ ਕ੍ਰੋਧ, ਭਰੇ ਨੇ ਅੰਦਰ ਬੜੇ ਕੁਝ, ਪਰ ਮਿਲ ਸਾਧੂ ਖੰਡਲ ਖੰਡਾ ਹੈ। ਖੰਡਲ ਖੰਡਾ ਤੋੜ ਦੇਣਾ, ਭੰਨ ਦੇਣਾ, ਇਹਨਾਂ ਦੇ ਜ਼ੋਰ ਨੂੰ ਅੰਦਰੋਂ ਖਤਮ ਕਰ ਦੇਣਾ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਦੇਰੀ ਕਰਦੇ ਹਾਂ ਆਪਾਂ, ਧਰਮ ਵੇਲੇ ਦੇਰੀ ਕਰਦੇ। ਕੋਈ ਗੱਲ ਨਹੀਂ, ਅਜੇ ਉਮਰ ਹੈ, ਅਜੇ ਤੇ ਹੈ, ਅਜੇ ਤੇ ਪਾਠੀ ਨੇ ਕਰਾ ਲਈਦਾ। ਮੇਰੇ ਸਾਹਿਬ ਕਹਿੰਦੇ ਨਾ ਬਿਲਮ ਧਰਮੰ ਬਿਲਮ ਪਾਪੰ। ਗੁਰਦੇਵ ਕਹਿੰਦੇ ਧਰਮ ਧਾਰਨ ਕਰਨ ਲੱਗਿਆਂ ਦੇਰ ਨਾ ਕਰੀ, ਧਰਮ ਧਾਰਨ ਕਰਨ ਲੱਗਿਆਂ ਦੇਰ ਕਰਨਾ ਇਹ ਬੜਾ ਵੱਡਾ ਪਾਪ ਹੁੰਦਾ ਹੈ। ਇਹੀ ਬਹੁਤ ਵੱਡਾ ਪਾਪ ਹੈ। ਇਹ ਫਿਰ ਜੀਵਨ 'ਚ ਪਾਪਾਂ ਦੀ ਮਾਤਰਾ ਵੱਧਦੀ ਜਾਣੀ ਹੈ ਜੇ ਦੇਰ ਕਰਦੇ ਗਏ। ਬਿਲਮ ਪਾਪੰ ਦ੍ਰਿੜੰਤ ਨਾਮ ਤਜੰਤ ਲੋਭੰ। ਸਾਹਿਬ ਕਹਿੰਦੇ ਦ੍ਰਿੜ ਕਰ ਨਾਮ ਨੂੰ, ਉਹਦੀ ਯਾਦ ਨੂੰ, ਛੱਡ ਲੋਭ ਨੂੰ, ਛੱਡ ਉਹਨਾਂ ਵਿਕਾਰਾਂ ਨੂੰ। ਸੋ ਡਿਲੇ ਧਰਮ ਵਾਸਤੇ ਨਾ ਕਰੀ, ਪਾਪ ਵਾਸਤੇ ਕਰੀ। ਕਿਸੇ ਨਾਲ ਕ੍ਰੋਧ ਆਇਆ, ਇੱਕਦਮ ਨਾ ਉਬਲ ਜਾਈ, ਮਨ ਨੂੰ ਸਮਝਾਈ, ਮਨਾ ਕੋਈ ਗੱਲ ਨਹੀਂ, ਕੱਲ ਨੂੰ ਗੱਲ ਕਰਾਂਗੇ ਆਪਾਂ ਇਹਦੇ ਨਾਲ ਜਾ ਕੇ। ਅਗਲੇ ਦਿਨ ਮਨ ਨੇ ਬਦਲ ਜਾਣਾ, ਅਗਲੇ ਦਿਨ ਬਦਲ ਜਾਏਗਾ ਜ਼ਰੂਰ ਮਨ। ਤੋ ਸਹਿਜੇ ਸਹਿਜੇ ਗੁਰੂ ਦਾ ਆਸਰਾ ਲੈ ਕੇ ਆਪਣੇ ਜਜ਼ਬਿਆਂ ਨੂੰ ਆਪਾਂ ਕੰਟਰੋਲ 'ਚ ਰੱਖਣਾ। ਜਨੂਨੀ ਨਹੀਂ ਹੋ ਜਾਣਾ, ਹਾਈਪਰ ਨਹੀਂ ਹੋ ਜਾਣਾ, ਜਜ਼ਬਾਤੀ ਨਹੀਂ ਹੋ ਜਾਣਾ। ਤੋ ਜਦੋਂ ਗੁਰੂ ਕੀ ਬਾਣੀ ਸਾਡੇ ਸਾਹਮਣੇ ਹੋਏਗੀ, ਫਿਰ ਘਰ ਦੇ ਜੀ ਚੰਗੇ ਲੱਗਦੇ ਨੇ। ਫਿਰ ਸਹਿਜੇ ਸਹਿਜੇ ਇੱਕ ਦਿਨ ਐਸੀ ਅਵਸਥਾ ਬਣਦੀ ਹੈ, ਸਾਰੀ ਕਾਇਨਾਤ ਹੀ ਰੱਬ ਦੇ ਪਿਆਰ ਵਿੱਚ ਰੰਗੀ ਹੋਈ ਪ੍ਰਤੀਤ ਹੁੰਦੀ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਸਭ ਕੁਝ ਉਹਦੇ ਪਿਆਰ 'ਚ ਰੰਗਿਆ ਗਿਆ। ਜਦੋਂ ਮਿਲ ਸਾਧੂ ਖੰਡਲ ਖੰਡਾ ਹੈ, ਜਦੋਂ ਗੁਰੂ ਦੇ ਮਿਲਾਪ ਦੇ ਵਿੱਚੋਂ ਸਾਹਿਬ ਜੀ ਕਹਿੰਦੇ ਇਹਨਾਂ ਦੇ ਪ੍ਰਭਾਵ ਨੂੰ ਖੰਡਿਆ ਜਾਂਦਾ, ਤੋੜਿਆ ਜਾਂਦਾ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਇੱਕ ਪਾਸੇ ਮੰਡਨ ਕਰ ਲਿਆ, ਇੱਕ ਪਾਸੇ ਖੰਡਨ ਕਰ ਲਿਆ। ਇੱਕ ਪਾਸੋਂ ਤੋੜ ਲਿਆ, ਦੂਜੇ ਪਾਸੇ ਜੋੜ ਲਿਆ। ਤੇ ਵਿਧੀ ਇਹੀ ਹੈ, ਇੱਕ ਪਾਸਿਓਂ ਭਾਂਡਾ ਖਾਲੀ ਕਰ ਲਿਆ, ਦੂਜੇ ਪਾਸਿਓਂ ਭਰ ਲਿਆ। ਜੇ ਪਹਿਲਾਂ ਹੀ ਖਾਲੀ ਨਹੀਂ ਕੀਤਾ, ਵਸਤੂ ਅੰਦਰ ਵਸ ਸਮਾਵੈ। ਦੂਜੀ ਹੋਵੇ ਪਾਸ, ਪਾਸ ਦਾ ਇੱਥੇ ਅਰਥ ਹੈ ਪਾਸੇ। ਇੱਕ ਪਾਸ ਦਾ ਅਰਥ ਹੁੰਦਾ ਲਾਗੇ, ਇੱਥੇ ਪਾਸ ਦਾ ਅਰਥ ਹੈ ਜਿਹੜੀ ਵਿੱਚ ਵਸਤੂ ਹੈ ਉਹਨੂੰ ਪਾਸੇ ਕਰ ਦਿਓ, ਪਹਿਲੋਂ ਦੂਰ ਕਰ ਦਿਓ। ਤੇ 1 ਲੀਟਰ ਦਾ ਭਾਂਡਾ ਹੈ, ਉਹਦੇ 'ਚ ਪਾਣੀ ਪਿਆ, 1 ਲੀਟਰ ਦੁੱਧ ਤਾਂ ਹੀ ਪਏਗਾ ਜੇ ਉਹ ਪਾਣੀ ਪਾਸੇ ਕਰਾਂਗੇ।
ਸੋ ਇਸੇ ਤਰ੍ਹਾਂ ਮੇਰੇ ਸਾਹਿਬ ਕਹਿੰਦੇ ਗੁਰੂ ਨੇ ਇੱਕ ਔਗਣ ਪਾਸੇ ਕਰ ਦਿੱਤੇ, ਦੂਸਰੇ ਪਾਸੇ ਮੇਰੇ ਸਾਹਿਬ ਨੇ ਗੁਣ ਜੀਵਨ ਦੇ ਅੰਦਰ ਮੰਡਣ ਸ਼ਿੰਗਾਰ ਦਿੱਤਾ ਜੀਵਨ ਨੂੰ ਗੁਣਾਂ ਨਾਲ। ਪਰ ਇਹ ਵੀ ਦਾਤ ਉਦੋਂ ਵਰਤੀ ਹੈ ਪੂਰਬ ਲਿਖਤ, ਪੂਰਬ ਲਿਖੇ ਨਾਲ। ਲਿਖੇ ਗੁਰ ਪਾਇਆ, ਮੱਥੇ ਤੇ ਮਿਲਾਪ ਦੇ ਲੇਖ ਲਿਖੇ ਗੁਰੂ ਮਿਲਿਆ। ਮਨ ਮਨ ਦੇ ਵਿੱਚ ਹਰ ਵਾਹਿਗੁਰੂ ਲਿਵ ਮੰਡਲ ਮੰਡਾ ਹੈ। ਵਾਹਿਗੁਰੂ ਦੀ ਲਿਵ ਦੇ ਵਿੱਚ ਇਹ ਪੂਰਨ ਤੌਰ ਤੇ ਜੁੜ ਜਾਂਦਾ ਹੈ, ਮੰਡਨ ਹੋ ਜਾਂਦਾ ਹੈ, ਇੱਕ ਸੁਰਤਾ ਆ ਜਾਂਦੀ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਸਾਕਤ ਸੁੱਕਿਆ ਹੋਇਆ, ਜਿਵੇਂ ਕੋਈ ਟਾਹਣੀ ਟੁੱਟ ਗਈ, ਸੁੱਕ ਗਈ, ਸੁੱਕ ਗਈ, ਟੁੱਟ ਗਈ, ਟੁੱਟ ਗਈ ਤੇ ਸੜ ਗਈ। ਫਿਰ ਉਹ ਸਾਕਤ ਨੇ ਜਿਹੜੇ ਟੁੱਟੇ ਨੇ ਆਪਣੇ ਅਸਰ ਸ਼ਕਤੀ ਵਾਲੇ ਪਾਸੇ ਤੁਰ ਪਏ, ਸੱਚ ਤੋਂ ਟੁੱਟ ਗਏ। ਸਾਕਤ ਸ਼ਕਤੀ ਨੂੰ ਪੂਜਣ ਵਾਲਾ। ਤੋ ਮੇਰੇ ਸਾਹਿਬ ਕਹਿੰਦੇ ਹੁਣ ਜਿਹੜੀ ਟੁੱਟ ਗਿਆ ਉਹ ਸੁੱਕੇਗਾ ਜ਼ਰੂਰ। ਤੋ ਸਾਕਤ ਦਾ ਜੀਵਨ ਹੈ ਟੁੱਟਾ ਹੋਇਆ, ਸੁੱਕਾ ਹੋਇਆ, ਉਹਦੇ ਜੀਵਨ 'ਚ ਕੋਈ ਹਰਿਆਵਲ ਨਹੀਂ, ਕੋਈ ਆਨੰਦ ਨਹੀਂ, ਕੋਈ ਖੇੜਾ ਨਹੀਂ। ਤੇ ਸਾਹਿਬ ਕਹਿੰਦੇ ਇਹ ਨਾ ਹੋਏ ਐਸਾ ਸਾਕਤ ਕੋਈ ਤੇਰੇ ਜੀਵਨ 'ਚ ਵੀ ਸੋਕਾ ਪੈਦਾ ਕਰਦਾ। ਬਚ ਜਾਈ ਤੂੰ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕਿਛ ਲਾਗੈ ਦਾਗ। ਇਹ ਨਾ ਹੋਈ ਐਸਿਆਂ ਦੀ ਸੰਗਤ ਮਿਲੇ ਤੇ ਮਨ ਦਾ ਗੁਰਮੁਖੋ ਖਿਆਲ ਹੈ, ਮਨ ਦਾ ਜਿੱਧਰ ਝੁਕਾਅ ਹੁੰਦਾ ਵਿਦਰ ਸੁਭਾਅ ਵੈਸਾ ਬਣ ਜਾਂਦਾ ਹੈ। ਜੇ ਸਾਕਤ ਵੱਲ ਝੁਕਾਅ ਹੋ ਗਿਆ ਨਾ ਫਿਰ ਸੁਭਾਅ ਵੀ ਵੈਸਾ ਬਣ ਜਾਂਦਾ ਹੈ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜਿਉ ਬੇਰ, ਉਹ ਝੂਲੇ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਭਗਤ ਕਬੀਰ ਜੀ ਕਹਿੰਦੇ ਕਦੇ ਇੱਕ ਕੇਲੇ ਦੇ ਬੂਟੇ ਵੱਲ ਵੇਖ ਲਈ ਜਿਹੜਾ ਬੇਰੀ ਦੇ ਲਾਗੇ ਹੋਏ, ਉਹਦੇ ਪੱਤੇ ਪਾਟੇ ਮਿਲਣਗੇ ਸਾਨੂੰ। ਕੇਲੇ ਦੇ ਪੱਤੇ ਲੀਰੋ ਲੀਰ ਹੋਏ ਮਿਲਣਗੇ, ਬੇਰੀ ਨੂੰ ਕੋਈ ਫਰਕ ਨਹੀਂ ਪਿਆ ਹੋਣਾ। ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਸਮਝ ਲਈ ਜਿਵੇਂ ਕੇਲਾ ਤੇ ਬੇਰੀ ਲਾਗੇ ਲਾਗੇ ਨੇ, ਕੇਲਾ ਲੀਰੋ ਲੀਰ ਹੋ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਸਾਕਤ ਟੁੱਟੇ ਨਾਲ ਜੁੜ ਗਿਆ ਨਾ, ਤੇਰਾ ਮਨ ਵੀ ਜੀਵਨ ਵੀ ਲੀਰੋ ਲੀਰ ਹੋ ਜਾਣਾ। ਉੱਥੇ ਵੀ ਕੋਈ ਰੱਬੀ ਗੁਣ ਨਹੀਂ ਰਹਿ ਜਾਣਾ। ਤੋ ਇਸ ਵਾਸਤੇ ਮੇਰੇ ਸਾਹਿਬ ਆਖਦੇ ਨੇ ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਧ ਦਾ ਅਰਥ ਹੈ ਰਸ, ਆਨੰਦ। ਉਹਨੇ ਹਰੀ ਦਾ ਰਸ ਜਾਣਿਆ ਹੀ ਨਹੀਂ। ਜੇ ਧਰਮ ਦੀ ਵੀ ਗੱਲ ਕਰਦਾ ਹੈ ਉਹ ਸ਼ੰਕੇ ਵਿਵਾਦਾਂ ਦੀ ਗੱਲ ਕਰਦਾ ਹੈ। ਸਵਾਲ ਉੱਥੇ ਹੀ ਖਲੋਤੇ, ਉਮਰ ਕਿਤੇ ਦੀ ਕਿਤੇ ਚਲੀ ਗਈ, ਪਰ ਧਰਮ ਦੇ ਸਵਾਲ ਅਜੇ ਵੀ ਉੱਥੇ ਖਲੋਤੇ ਹੁੰਦੇ ਨੇ। ਮੂਲ ਮੰਤਰ ਕਿਹੜਾ ਜੀ, ਗੁਰ ਮੰਤਰ ਕਿਹੜਾ ਜੀ, ਮਰਿਆਦਾ ਕਿਹੜੀ ਜੀ, ਆਹ ਕੀ ਜੀ। ਸਰੀਰ ਕਿਤੇ ਚਲਾ ਗਿਆ। ਉਹ ਧਰਮ ਦੇ ਸਵਾਲ ਬਸ ਉਸੇ ਥਾਂ ਤੇ ਰੱਖੇ ਆਪਾਂ ਪੁੱਛਣ ਵਾਸਤੇ ਹੀ ਬਸ। ਤੋ ਮੇਰੇ ਗੁਰਦੇਵ ਕਹਿੰਦੇ ਇੱਦਾਂ ਤੇ ਫਿਰ ਸਾਧ ਨਹੀਂ ਜਾਣਿਆ ਜਾ ਸਕਦਾ। ਇੱਕ ਬੜਾ ਵੱਡਾ ਕਾਰਨ ਹੈ ਇਹਦਾ, ਤਿੰਨ ਅੰਤਰ ਹਉਮੈ ਕੰਡਾ ਹੈ। ਹੁਣ ਜਿਹਦੇ ਅੰਦਰ ਹਉਮੈ ਦਾ ਕੰਡਾ ਹੈ ਉਹ ਕਿਵੇਂ ਉਹਦੀ ਚੁਭਣ ਤੋਂ ਬਚ ਸਕਦਾ ਹੈ। ਮੰਨ ਲਓ ਕਿਸੇ ਦੇ ਪੈਰ ਵਿੱਚ ਕੰਡਾ ਚੁਭਿਆ ਹੋਏ ਤੇ ਬੰਦਾ ਮਖਮਲੀ ਜੁੱਤੀ ਪਾ ਲੇ, ਬ੍ਰਾਂਡਡ ਜੁੱਤੀ ਪਾ ਲੇ, ਜਰਾਬਾਂ ਪਾ ਲੇ, ਕੀ ਉਹਦਾ ਦਰਦ ਠੀਕ ਹੋ ਜਾਏਗਾ? ਕਦੇ ਨਹੀਂ ਹੋ ਸਕਦਾ। ਉਸ ਕੰਡੇ ਨੂੰ ਕੱਢਣਾ ਪੈਣਾ ਤੇ ਅੰਦਰ ਹਉਮੈ ਦਾ ਕੰਡਾ ਤੇ ਬੰਦਾ ਕਈ ਵਾਰ ਧਰਮ ਦੇ ਕਰਮਾਂ ਦਾ ਸਹਾਰਾ ਲਈ ਜਾਏ, ਉਹ ਹੋਰ ਚੁਭਣ ਮਹਿਸੂਸ ਹੁੰਦੀ। ਤਾਂ ਹੀ ਮੇਰੇ ਸਾਹਿਬ ਕਹਿੰਦੇ ਸਭ ਤੋਂ ਪਹਿਲੋਂ ਸੰਸਾਰ ਸ਼ੁਰੂ ਹੁੰਦਾ ਹੈ ਪਹਿਲੋਂ ਜਨਮ ਤੋਂ, ਫੇਰ ਮਰਨ ਹੁੰਦਾ ਹੈ। ਧਰਮ ਸ਼ੁਰੂ ਹੁੰਦਾ ਹੈ ਪਹਿਲੋਂ ਮਰਨ ਤੋਂ, ਜੀਵਨ ਫੇਰ ਮਿਲਦਾ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ। ਹੋ ਸਭਨਾ ਕੀ ਰੇਣੁਕਾ, ਰੇਣੁਕਾ ਧੂੜ ਮਿੱਟੀ, ਤੋ ਆਓ ਹਮਾਰੇ ਪਾਸ। ਫਿਰ ਤੇਰੇ 'ਚ ਕੁਝ ਪਾਤਰਤਾ ਬਣ ਸਕਦੀ ਹੈ, ਫਿਰ ਤੇਰੇ 'ਚ ਰੱਬੀ ਗੁਣ ਸਮਾ ਸਕਦੇ ਨੇ ਜੇ ਇਹ ਦਾਤ ਮਿਲੇ। ਸੋ ਇਹ ਮਾਰਗ ਸ਼ੁਰੂ ਹੁੰਦਾ ਹੈ ਮਰਨ ਤੋਂ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਮਰਨ ਕੀ ਹੈ? ਫਿਜ਼ੀਕਲ ਤੌਰ ਤੇ ਥੋੜ੍ਹਾ ਵੀ ਆਪਾਂ ਮਰ ਜਾਣਾ, ਸਿਰ ਵੱਢ ਦੇਣਾ, ਨਹੀਂ।
ਇਹ ਹੈ ਆਪਣੇ ਆਪੇ ਨੂੰ, ਖੁਦਗਰਜ਼ੀ ਨੂੰ, ਹੰਕਾਰ ਨੂੰ ਮਾਰ ਦੇਣਾ। ਤੋ ਸਾਹਿਬ ਕਹਿੰਦੇ ਜਿਹਦੇ ਅੰਦਰ ਇਹ ਹਉਮੈ ਦਾ ਕੰਡਾ ਹੁੰਦਾ ਹੈ ਨਾ, ਫਿਰ ਜਿਉਂ-ਜਿਉਂ ਚਲੈ ਚੁਭੈ ਦੁੱਖ ਪਾਵੇ। ਜਿਉਂ-ਜਿਉਂ ਤੁਰਦੇ ਨੇ ਫਿਰ ਕੰਡਾ ਚੁਭਦਾ, ਦੁੱਖ ਪਾਉਂਦੇ ਨੇ। ਸਾਡੇ ਦੁੱਖਾਂ ਦਾ ਬਹੁਤ ਵੱਡਾ ਕਾਰਨ ਹੈ ਸਾਡੀ ਮੈਂ, ਸਾਡੀ ਪਕੜ। ਹੰਕਾਰ ਚੋਂ ਹੀ ਤੇ ਪਕੜ ਪੈਦਾ ਹੁੰਦੀ। ਨਿਰਹੰਕਾਰੀ 'ਚ ਕੋਈ ਪਕੜ ਨਹੀਂ ਹੁੰਦੀ ਕਿਸੇ ਰੂਪ ਅੰਦਰ। ਬੰਦਾ ਹੀ ਹੰਕਾਰੀ ਹੈ ਕੁਦਰਤ ਵਿੱਚ, ਹੋਰ ਕੋਈ ਚੀਜ਼ ਹੰਕਾਰੀ ਨਹੀਂ ਹੈ। ਤੇ ਮਨੁੱਖ ਦਾ ਹੰਕਾਰ ਮਨੁੱਖ ਅੱਗੇ ਹੀ ਪ੍ਰਗਟ ਹੁੰਦਾ ਹੈ। ਬੰਦਾ ਜੰਗਲ ਚਲਾ ਜਾਏ, ਉੱਥੇ ਦੱਸੇ ਵੀ ਮੈਂ ਫਲਾਣੀ ਪਦਵੀ ਤੇ ਮੇਰੀ ਇਹ ਪੋਸਟ ਹੈ, ਮੈਂ ਇੰਨਾ ਪੜ੍ਹਿਆ ਹੋਇਆ, ਮੈਂ ਇੰਨਾ ਗਿਆਨੀ ਹਾਂ, ਕੀ ਰੁੱਖ ਗੱਲ ਮੰਨਣਗੇ ਸਾਡੀ? ਘਾਹ ਦੇ ਤਿਨਕੇ ਅੱਗੇ ਹੰਕਾਰ ਨਹੀਂ ਪ੍ਰਗਟ ਕਰ ਸਕਦੇ। ਪੰਛੀਆਂ ਅੱਗੇ ਅਸੀਂ ਕੀ ਹੰਕਾਰ ਪ੍ਰਗਟ ਕਰ ਸਕਦੇ ਹਾਂ? ਸੋ ਬੰਦੇ ਦਾ ਹੰਕਾਰ ਬੰਦੇ ਅੱਗੇ ਹੀ ਪ੍ਰਗਟ ਹੁੰਦਾ, ਉੱਥੇ ਹੀ ਪ੍ਰਗਟ ਕਰਦੇ। ਕਿਉਂਕਿ ਹੰਕਾਰ ਵਰਤਦਾ ਹੀ ਹਉਮੈ ਬੰਦੇ 'ਚ ਵਰਦੀ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਵਸ ਕੀਨਾ, ਸਾਹਿਬ ਨੇ ਜ਼ਿਕਰ ਕੀਤਾ ਹੈ। ਸੋ ਇਹ ਰੋਗ ਵਰਤਦਾ ਹੀ ਹਉਮੈ ਦਾ ਬੰਦੇ 'ਚ ਹੈ। ਇਸ ਰੋਗ ਤੋਂ ਫਿਰ ਅੱਗੇ ਰੋਗ ਪੈਦਾ ਹੁੰਦੇ ਨੇ। ਤਨ ਦੇ ਸੋਗ, ਮਨ ਦੇ ਰੋਗ ਪੈਦਾ ਹੋਏ। ਤਾਂ ਜਿੱਡੀ ਪਕੜ ਜ਼ਿਆਦੀ ਹੈ, ਜਿੰਨੀ ਮਨੁੱਖ 'ਚ ਪਕੜ ਜ਼ਿਆਦੀ ਹੋਏਗੀ, ਉੱਥੇ ਰੋਗ ਵੀ ਓਨੇ ਜ਼ਿਆਦੇ ਹੋਣਗੇ। ਜਮਕਾਲ ਸਹਿ ਸਿਰ ਡੰਡਾ ਹੈ, ਸਾਹਿਬ ਕਹਿੰਦੇ ਮੌਤ ਦਾ ਸਹਿਮ ਸਦਾ ਉਹਦੇ ਸਿਰ ਤੇ ਬਣਿਆ ਰਹਿੰਦਾ ਹੈ। ਉਹ ਸਦਾ ਹੀ ਆਤਮ ਮੌਤੇ ਮਰੇ ਰਹਿੰਦੇ ਨੇ ਜਿੱਥੇ ਇਹ ਹਉਮੈ ਵਰਦੀ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਹਰ ਜਨ ਰੱਬ ਦੇ ਪਿਆਰੇ ਜਿਹੜੇ ਜਨ ਨੇ, ਡਿਵੋਟੀਜ਼ ਨੇ ਜਿਹੜੇ, ਜਾਂ ਡਿਸਾਈਪਲ ਕਹਿ ਲਈਏ, ਸਮਰਪਿਤ ਕਰਤਾ ਜਿਨ੍ਹਾਂ ਨੇ ਆਪਣੇ ਆਪ ਨੂੰ ਪੂਰਨ ਤੌਰ ਤੇ, ਤਾਂ ਉਹ ਜਨ ਹੈ, ਸਲੇਵ ਨੇ, ਸੇਵਕ ਨੇ, ਦਾਸ ਨੇ। ਤਾਂ ਜਿੱਥੇ ਸਾਹਿਬ ਜੀ ਕਹਿੰਦੇ ਫਿਰ ਹਰੀ ਨਾਮ ਜਨ ਕਦੋਂ ਬਣਿਆ? ਜਿਹਦਾ ਉਹਦੇ ਨਾਮ 'ਚ ਸਮਾਇਆ, ਉਹਦੀ ਹੋਂਦ ਭਰਪੂਰ ਦਿਸਦੀ ਹੈ। ਰੱਬ ਦੇ ਪਿਆਰੇ ਨੂੰ ਭਾਵੇਂ ਰੱਬ ਨੇ ਘੇਰਿਆ, ਸਭ ਨੂੰ ਹੈ। ਜਿਵੇਂ ਕਿਸੇ ਮੱਛੀ ਨੂੰ ਪਾਣੀ ਨੇ ਘੇਰਿਆ ਹੋਏ ਤੇ ਮੱਛੀ ਫੇਰ ਕਹੇ ਵੀ ਸਮੁੰਦਰ ਕਿਹੜਾ ਹੈ, ਦਰਿਆ ਕਿਹੜਾ ਹੈ। ਘੇਰਿਆ ਸਾਨੂੰ ਹੈ ਉਹਨੇ ਸਭ ਪਾਸੇ ਤੋਂ, ਅੰਦਰੋਂ ਬਾਹਰੋਂ ਹੀ ਵਰਤ ਰਿਹਾ। ਪਰ ਸੱਚ ਜਾਣਿਓ ਫਿਰ ਬੰਦਾ ਮੈਂ ਕਰਕੇ ਕਹਿੰਦਾ ਵੀ ਕਿਹੜਾ ਰੱਬ, ਕਿੱਥੇ ਰਹਿੰਦਾ? ਤੋ ਜਨ ਉਦੋਂ ਬਣਦਾ ਜਦੋਂ ਅੰਦਰੋਂ ਬਾਹਰੋਂ ਉਹਦੀ ਹੋਂਦ ਵਿੱਚ ਲੀਨ ਹੋ ਗਿਆ ਰੱਬ ਦਾ ਪਿਆਰਾ। ਹਰੇਕ ਰੂਪ ਅੰਦਰ, ਮੁਕੰਮਲ ਰੂਪ ਦੇ ਅੰਦਰ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਘੇਰਿਆ, ਮੈਂ ਉਹਦੇ ਤੋਂ ਬਾਹਰ ਨਹੀਂ ਹੋ ਸਕਦਾ। ਉਹਦੀ ਰਜਾ ਤੋਂ, ਉਹਦੀ ਵਡਿਆਈ ਤੋਂ, ਉਹਦੀ ਹੋਂਦ ਤੋਂ ਮੁਨਕਰ ਨਹੀਂ ਮੈਂ ਹੋ ਸਕਦਾ। ਇੱਕ ਚਿੱਤਰਕਾਰ ਦੀ ਹੋਂਦ ਤੋਂ ਕਿਵੇਂ ਮੁਨਕਰ ਹੋ ਸਕਦਾ? ਕੋਈ ਚਿੱਤਰ ਰੌਲਾ ਪਾਉਂਦਾ ਹੋਏ ਬਾਹਰ ਵੀ ਭਲਿਓ ਲੋਕੋ ਕੋਈ ਚਿੱਤਰਕਾਰ ਨਹੀਂ ਹੁੰਦਾ, ਆਪਾਂ ਮੰਨ ਜਾਾਂਗੇ ਗੱਲ ਉਹਦੀ। ਕੋਈ ਬੂੰਦ ਦੁਹਾਈ ਪਾਏ ਦੁਨੀਆ ਦੇ ਲੋਕੋ ਸਮੁੰਦਰ ਕੋਈ ਨਹੀਂ ਹੁੰਦਾ, ਪਰ ਅਸਲ ਵਿੱਚ ਲੋਕ ਕਹਿਣਗੇ ਤੇਰਾ ਹੋਣਾ ਸਮੁੰਦਰ ਦੇ ਹੋਂਦ ਨੂੰ ਦੱਸਦਾ ਪਿਆ। ਗੁਰਮੁਖ ਪਿਆਰਿਓ, ਰੱਬ ਦੇ ਪਿਆਰੇ ਨੇ ਮੰਨ ਲਿਆ, ਠੀਕ ਹੈ। ਇੱਕ ਨਹੀਂ ਮੰਨਦਾ, ਹੈ ਤੇ ਉਹਦਾ ਹੀ ਰੂਪ ਹੈ ਤੇ ਉਹਦੀ ਕਲਾ ਕਰਕੇ ਵਰਤਿਆ ਸਭ ਕੁਝ। ਸਾਕਤ ਨੇ ਕਬੂਲ ਨਹੀਂ ਕੀਤਾ, ਜਨ ਨੇ ਕਬੂਲ ਕਰ ਲਿਆ ਤੇ ਉਹਦੇ 'ਚ ਹੀ ਸਮਾ ਗਿਆ। ਜਿੱਥੇ ਦੁੱਖ ਜਨਮ ਮਰਨ ਭਵ ਖੰਡਾ ਹੈ, ਸਾਹਿਬ ਜੀ ਕਹਿੰਦੇ ਖੰਡਨ ਹੋ ਗਿਆ। ਭਵ ਦਾ ਅਰਥ ਹੈ ਜਨਮ। ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੋਭ ਖੰਡ ਬ੍ਰਹਮੰਡਾ ਹੈ। ਨਾਸ਼ ਰਹਿਤ ਉਸ ਪੁਰਖ ਮਾਲਕ ਦੀ ਦਾਤ ਮਿਲੀ, ਤੇ ਬੜੀ ਸ਼ੋਭਾ ਹੈ। ਜਿਸ ਮਾਲਕ ਦੀ ਸ਼ੋਭਾ ਖੰਡ ਬ੍ਰਹਮੰਡ ਦੇ ਵਿੱਚ ਹੈ, ਜਿੱਥੇ ਐਸਾ ਮਾਲਕ ਵਰਤਿਆ ਹੈ, ਫਿਰ ਉਹ ਜੀਵਨ ਵੀ ਸ਼ੋਭਾ ਦਾ ਪਾਤਰ ਬਣ ਜਾਂਦਾ ਹੈ। ਤੇ ਸਾਹਿਬ ਕਹਿੰਦੇ ਅਰਦਾਸ ਹੈ, ਵਾਹਿਗੁਰੂ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ। ਅਸੀਂ ਗਰੀਬ ਹਾਂ, ਅਜ਼ਿਜ਼ ਹਾਂ, ਨਿਮਾਣੇ ਹਾਂ, ਪਰ ਤੇਰੇ ਹਾਂ। ਹਰ ਰਾਖ ਰਾਖ ਵੱਡ ਵੱਡਾ ਹੈ, ਹੇ ਵੱਡੇ ਤੋਂ ਵੱਡੇ ਮਾਲਕ ਕਿਰਪਾ ਕਰ, ਰੱਖਣਾ ਕਰ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਨਾਨਕ ਦਾਸ ਆਖਦੇ ਨੇ ਸਾਹਿਬ ਜੀ, ਵਾਹਿਗੁਰੂ ਤੇਰੇ ਨਾਮ ਦਾ ਆਧਾਰ ਹੈ, ਨਾਮ ਦੀ ਟੇਕ ਹੈ। ਤੇ ਜਿਸ ਨਾਮ ਦੇ ਸਹਾਰੇ ਨਾਲ ਜੀਵਨ ਵਿੱਚ ਸੁੱਖਾਂ ਦਾ ਮੰਡਣ ਹੋ ਜਾਂਦਾ ਹੈ, ਸੁੱਖਾਂ ਦੀ ਮੌਜੂਦਗੀ ਸਦਾ ਉਸ ਜੀਵਨ 'ਚ ਵਰਦੀ ਹੈ।
जिथे ऐसी दात, ऐसा डंडौत, ऐसी अंजलि जिन्हां ने गुरु दे सन्मुख कीती है, गुरु नूं कबूल के गुरु दी जुगती नाल रब दीआं शक्तियां वरत लईआं, उन्हां दा जीवन सदा सुहावना हुंदा है। फुल्लां दी खिमा जी। वाहे गुरु वाहे गुरु वाहे गुरु वाहे वाहे गुरु वाहे गुरु वाहे